ਜਦੋਂ ਅਸੀਂ ਕਿਸੇ ਵਿਚਾਰ ਨੂੰ ਆਪਣੀ ਜ਼ਿੰਦਗੀ ਬਣਾ ਲੈਂਦੇ ਹਾਂ, ਸੌਂਦੇ ਜਾਗਦੇ ਉੱਠਦੇ ਸਮੇਂ ਉਸ ਬਾਰੇ ਸੋਚਦੇ ਹਾਂ, ਤਾਂ ਸਾਡੇ ਸਰੀਰ ਦਾ ਹਰ ਭਾਗ ਸਿਰਫ ਤੇ ਸਿਰਫ ਉਸ ਵਿਚਾਰ ਦੀ ਊਰਜਾ ਨਾਲ ਹੀ ਭਰ ਜਾਂਦਾ ਹੈ। ਇਹੋ ਰਾਹ ਕਿਸੇ ਵੀ ਵਿਅਕਤੀ ਨੂੰ ਕਾਮਯਾਬੀ ਦੀ ਰਾਹ ਤੇ ਲੈ ਜਾਂਦਾ ਹੈ। ਸਵਾਮੀ ਵਿਵੇਕਾਨੰਦ ਜੀ ਦੀ ਇਸ ਸੋਚ ਤੋਂ ਪ੍ਰਭਾਵਿਤ ਹੋ ਕੇ ਡਾਕਟਰ R.L. ਮਿੱਤਲ ਨੇ ਅਜਿਹੇ ਕਾਰਜ ਸਿਰਜੇ ਕਿ 26 ਜਨਵਰੀ 2021 ਨੂੰ ਉਹਨਾਂ ਦੇ ਨਾਂ ਦਾ ਐਲਾਨ ਪਦਮ ਸ਼੍ਰੀ ਲਈ ਕੀਤਾ ਗਿਆ। ਡਾਕਟਰ R.L. ਮਿੱਤਲ, ਜੋ ਪਟਿਆਲਾ ਦੇ ਗਵਰਨਮੈਂਟ ਮੈਡੀਕਲ ਕਾਲਜ ਦੇ ਹੱਡੀਆਂ ਵਾਲੇ ਵਿਭਾਗ ਦੇ ਮੋਢੀ ਰਹੇ ਨੇ, ਦੇ ਸ਼ੁਰੂਆਤੀ ਜੀਵਨ ਬਾਰੇ ਜਾਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। ਮੇਰਾ ਜਨਮ 23 ਅਪ੍ਰੈਲ 1937 ਨੂੰ ਹੋਇਆ ਅਤੇ ਉਹ ਐਸਾ ਜ਼ਮਾਨਾ ਸੀਗਾ ਆਜ਼ਾਦੀ ਤੋਂ ਪਹਿਲਾਂ, ਜਦੋਂ ਦੇਸ਼ ਗੁਲਾਮ ਸੀਗਾ, ਰਜਵਾੜਿਆਂ ਦਾ ਟਾਈਮ ਸੀ। ਮੈਂ ਬਹੁਤ ਮਿਡਲ ਕਲਾਸ ਪਰਿਵਾਰ ਤੋਂ ਹਾਂ। ਜਦੋਂ ਮੈਂ 3-4 ਸਾਲ ਦਾ ਸੀ ਅਤੇ ਮੇਰੇ ਫਾਦਰ ਨੂੰ ਪਤਾ ਨਹੀਂ ਕਿੱਥੋਂ ਇਹ ਹੋਇਆ ਕਿ ਮੈਨੂੰ ਡਾਕਟਰ ਬਣਾਉਣਾ ਹੈ। ਅਤੇ ਮੈਨੂੰ ਦੇਖ ਦੇਖ ਕੇ ਉਹ ਬੜੇ ਖੁਸ਼ ਹੁੰਦੇ ਸੀ। ਮੈਂ ਸਭ ਤੋਂ ਵੱਡਾ ਬੱਚਾ ਸੀ। ਅਸੀਂ 6 ਭੈਣ ਭਰਾ, 4 ਭੈਣਾਂ 2 ਭਰਾ, ਅਤੇ ਮੈਂ ਸਭ ਤੋਂ ਬੜਾ। ਦੇਖ ਦੇਖ ਕੇ ਖੁਸ਼ ਹੁੰਦੇ ਸੀਗੇ ਅਤੇ ਕਹਿੰਦੇ ਸੀ ਤੈਨੂੰ ਡਾਕਟਰ ਬਣਾਉਣਾ, ਤੈਨੂੰ ਡਾਕਟਰ ਬਣਾਉਣਾ। ਪਤਾ ਨਹੀਂ ਮੇਰੇ ਦਿਮਾਗ 'ਤੇ ਕੁਛ ਅਸਰ ਹੋ ਗਿਆ ਹੋਵੇਗਾ ਅਤੇ ਮੈਂ ਬਸ ਪੜ੍ਹਾਈ 'ਚ ਰੱਬ ਵੱਲੋਂ ਚੰਗਾ ਸੀ ਅਤੇ ਹੌਲੀ 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 ਤਰੱਕੀ ਕਰਦਾ। ਸਕੂਲ 'ਚ ਫਸਟ ਡਿਵੀਜ਼ਨ 'ਚ ਪਾਸ ਹੋਇਆ। FSC ਮੈਡੀਕਲ ਦੇ ਵਿੱਚ ਫਿਰ ਫਸਟ ਆਇਆ, ਬਰਜਿੰਦਰਾ ਕਾਲਜ ਫਰੀਦਕੋਟ, ਅਤੇ ਮੈਡੀਕਲ ਕਾਲਜ 'ਚ ਦਾਖਲ ਹੋ ਗਿਆ। ਉਹ ਜ਼ਮਾਨਾ ਸੀ ਜਦੋਂ ਪੈਪਸੂ ਪੰਜਾਬ 'ਚ ਮਰਜ ਹੋਣ ਵਾਲਾ ਸੀ। 53 ਦੇ ਵਿੱਚ ਪਟਿਆਲਾ ਮੈਡੀਕਲ ਕਾਲਜ ਵਾਰ ਫੁਟਿੰਗ 'ਤੇ ਬਣਿਆ। ਮੈਂ ਤੀਸਰੇ ਬੈਚ 'ਚ ਦਾਖਲ ਹੋਇਆ ਅਤੇ ਸ਼ੁਰੂ ਤੋਂ ਹੀ ਬਸ ਮੈਨੂੰ ਲੱਗਦਾ ਸੀ ਵੀ ਇਹ ਤਾਂ ਬਹਿਸ਼ਤ ਹੈ, ਅਤੇ ਜਿਵੇਂ ਮੰਦਿਰ 'ਚ ਬੰਦਾ ਪੂਜਾ ਕਰਦਾ ਉਸ ਤਰ੍ਹਾਂ ਹੀ ਇਸ ਨੂੰ ਹਮੇਸ਼ਾ ਸਮਝਿਆ। ਇਸ ਮੈਡੀਕਲ ਕਾਲਜ ਨੂੰ, ਹਸਪਤਾਲ ਨੂੰ ਅਸੀਂ ਕਹਿੰਦੇ ਹਾਂ ਵਰਕ ਇਜ਼ ਵਰਸ਼ਿਪ। ਵਰਸ਼ਿਪ ਹੈ ਪੂਜਾ, ਤਪੱਸਿਆ। ਅਤੇ ਵਰਕ ਵਰਸ਼ਿਪ ਕਦੋਂ ਬਣੇਗਾ? ਜਦੋਂ ਤੁਹਾਡੀ ਵਰਕ ਪਲੇਸ ਮੰਦਿਰ ਬਣ ਜਾਏ, ਗੁਰਦੁਆਰਾ ਬਣ ਜਾਏ, ਮਸਜਿਦ ਬਣ ਜਾਏ ਜਾਂ ਚਰਚ ਬਣ ਜਾਏ। ਜੋ ਤੁਸੀਂ ਕੰਮ ਕਰਦੇ ਹੋ ਉਹ ਪਰਮਾਤਮਾ ਦਾ ਰੂਪ ਬਣ ਜਾਏ ਅਤੇ ਇਹ ਬਹਿਸ਼ਤ ਬਣ ਜਾਏ ਦੁਨੀਆ। ਕਮ ਸੇ ਕਮ ਮੈਂ ਤਾਂ ਇਸੇ ਸੋਚ ਨਾਲ ਕੰਮ ਕੀਤਾ ਹੈ। ਇਹਨੂੰ ਹਮੇਸ਼ਾ ਮੰਦਿਰ ਸਮਝਿਆ ਅਤੇ ਜਿਵੇਂ ਮੰਦਿਰ ਗੁਰਦੁਆਰੇ ਤੋਂ ਸਭ ਕੁਛ ਮਿਲਦਾ ਹੈ, ਅੱਜ ਮੈਨੂੰ ਬਿਨਾਂ ਮੰਗੇ ਸਭ ਕੁਛ ਮਿਲ ਗਿਆ। ਸਦਭਾਵਨਾ ਯਾਨੀ ਨੇਕ ਨੀਅਤ ਚੰਗੇ ਕਰਮਾਂ ਲਈ ਪ੍ਰੇਰਿਤ ਕਰਦੀ ਹੈ। ਡਾਕਟਰ R.L. ਮਿੱਤਲ ਨੇ ਆਪਣਾ ਸਫ਼ਰ ਪਟਿਆਲੇ ਤੋਂ ਸ਼ੁਰੂ ਕਰਕੇ ਦਿੱਲੀ ਨੂੰ ਰੁਖ ਕੀਤਾ ਅਤੇ ਉੱਥੇ ਹੱਡੀਆਂ ਦੇ ਵਿਭਾਗ 'ਚ MS 'ਚ ਦਾਖਲਾ ਲਿਆ। ਹਾਲਾਂਕਿ ਉਦੋਂ ਉਹ ਉਹਨਾਂ ਦੇ ਮਨਪਸੰਦ ਦਾ ਵਿਸ਼ਾ ਨਹੀਂ ਸੀ। ਫਲੋਰੋਸਿਸ ਦੀ ਰਿਸਰਚ ਹੋਈ ਸਾਡੇ ਮੈਡੀਕਲ ਕਾਲਜ ਦੇ ਵਿੱਚ। ਵਰਲਡ ਦੀ ਐਸੀ ਰਿਸਰਚ ਡਿਸਕਵਰ ਹੋਈ ਮਾਨਸਾ ਜ਼ਿਲ੍ਹੇ ਦੇ ਵਿੱਚ, ਅਤੇ ਉੱਥੋਂ ਹੀ ਮੇਰਾ ਮਾਈਂਡ ਬਣ ਗਿਆ ਕਿ ਰਿਸਰਚ ਕੈਰੀਅਰ ਬਣਾਉਣਾ ਹੈ। ਅਤੇ ਮੈਂ MBBS ਪਾਸ ਕਰਕੇ ਸੋਚਿਆ ਵੀ ਦਿੱਲੀ ਕੈਪੀਟਲ ਹੈ ਇੰਡੀਆ ਦਾ, ਉੱਥੇ ਕੈਰੀਅਰ ਬਣਾਉਣਾ ਚਾਹੀਦਾ ਹੈ। ਅੱਛਾ, ਆਰਥੋਪੈਡਿਕ ਡਿਪਾਰਟਮੈਂਟ ਉਦੋਂ ਨਹੀਂ ਹੁੰਦਾ ਸੀਗਾ, ਬਹੁਤ ਘੱਟ ਸੀ। ਅੱਜ ਤੋਂ ਇਹ ਗੱਲ ਹੈਗੀ 1955 ਦੀ, ਅਤੇ ਆਰਥੋਪੈਡਿਕ ਡਿਪਾਰਟਮੈਂਟ ਕਿਤੇ ਕਿਤੇ ਇੰਡੀਆ 'ਚ ਮੇਰੇ ਖਿਆਲ ਹੋਣੇ 4-5 ਹੋਣੇ ਹੈ। ਦਿੱਲੀ ਮੈਂ ਚਲਾ ਗਿਆ। ਜੂਨੀਅਰ ਜਿਸ ਤਰ੍ਹਾਂ ਸ਼ੁਰੂ ਕੀਤਾ ਟ੍ਰੇਨਿੰਗ, ਉਹਨੂੰ ਹਾਊਸ ਸਰਜਨ ਜਾਂ ਹਾਊਸ ਫਿਜ਼ੀਸ਼ੀਅਨ ਕਹਿੰਦੇ ਸੀਗੇ। ਮੈਂ ਚਾਹੁੰਦਾ ਸੀ ਕਿ ਮੈਡੀਸਨ ਜਾਂ ਸਰਜਰੀ ਦੇ ਵਿੱਚ ਮੈਨੂੰ ਜੋਬ ਮਿਲ ਜਾਏ। ਹੁਣ ਦਿੱਲੀ ਕੈਪੀਟਲ ਹੋਣ ਕਰਕੇ ਸਾਰੇ ਇੰਡੀਆ ਤੋਂ ਉੱਥੇ ਡਾਕਟਰ ਟ੍ਰੇਨਿੰਗ ਲਈ ਆਉਂਦੇ ਸੀਗੇ MBBS ਤੋਂ ਬਾਅਦ, ਅਤੇ ਮੈਨੂੰ ਨਾ ਜਨਰਲ ਮੈਡੀਸਨ 'ਚ ਮਿਲੀ ਨਾ ਸਰਜਰੀ 'ਚ ਮਿਲੀ, ਮੈਨੂੰ ਮਿਲੀ ਆਰਥੋਪੈਡਿਕ ਦੇ ਵਿੱਚ। ਮੈਨੂੰ ਬੜਾ ਦੁੱਖ ਲੱਗਿਆ ਕਿ ਦੇਖੋ ਮੈਂ ਪਟਿਆਲਾ ਹੀ ਛੱਡਿਆ, ਮੈਨੂੰ ਤਾਂ ਮੈਡੀਸਨ ਸਰਜਰੀ 'ਚ ਮਿਲੀ ਨਹੀਂ ਹੈ। ਹੁਣ ਆਰਥੋਪੈਡਿਕ ਨੂੰ ਤਾਂ ਕੋਈ ਜਾਣਦਾ ਹੀ ਨਹੀਂ, ਮੈਂ ਕੀ ਕਰੂੰਗਾ ਜ਼ਿੰਦਗੀ ਦੇ ਵਿੱਚ। ਪਰ ਮਜਬੂਰੀ ਦੇ ਵਿੱਚ ਮੈਨੂੰ ਆਰਥੋਪੈਡਿਕ ਜੁਆਇਨ ਕਰਨੀ ਪਈ। ਅਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਮੈਂ ਆਰਥੋਪੈਡਿਕ ਸਰਜਨ ਬਣਿਆ, ਕੋਈ ਚੋਇਸ ਨਾਲ ਨਹੀਂ ਬਣਿਆ। ਇਹ ਕੁਦਰਤ ਨੇ ਮੈਨੂੰ ਬਾਈ ਚਾਂਸ ਆਰਥੋਪੈਡਿਕ ਸਰਜਨ ਬਣਾ ਦਿੱਤਾ। ਉੱਥੇ ਬੰਗਾਲੀ ਡਾਕਟਰ 2, ਡਾਕਟਰ R.P. ਚੱਕਰਵਰਤੀ ਅਤੇ ਡਾਕਟਰ A.K. ਘੋਸ਼, ਦੋਨੋਂ ਹੀ ਬੰਗਾਲੀ। ਰਾਮਕ੍ਰਿਸ਼ਨਾ ਮੂਵਮੈਂਟ ਅਤੇ ਸਵਾਮੀ ਵਿਵੇਕਾਨੰਦ ਦੇ ਬਹੁਤ ਜ਼ਿਆਦਾ ਬਿਲੀਵਰ ਸੀਗੇ ਅਤੇ ਹਮੇਸ਼ਾ ਉਹ ਗੱਲਾਂ ਕਰਦੇ ਰਹਿੰਦੇ ਸੀਗੇ। ਮੈਨੂੰ ਬੜਾ ਅੱਛਾ ਲੱਗਿਆ ਅਤੇ ਉਹਨਾਂ ਨੇ ਦੇਖਿਆ ਵੀ ਇਹ ਮੁੰਡਾ ਇੰਟਰਸਟ ਲੈ ਰਿਹਾ, ਉਹਨਾਂ ਨੇ ਮੈਨੂੰ ਕੋਈ ਕਿਤਾਬ ਦੇ ਦਿੱਤੀ ਅਤੇ ਮੈਂ ਪੜ੍ਹਦਾ ਸੀ। ਬਸ ਮੈਂ ਵਿਵੇਕਾਨੰਦ ਤੋਂ ਪ੍ਰਭਾਵਿਤ ਹੋ ਗਿਆ। ਸਵਾਮੀ ਵਿਵੇਕਾਨੰਦ ਦਾ ਰਾਸ਼ਟਰਵਾਦ ਤੇ ਸਦਭਾਵਨਾ ਪ੍ਰਤੀ ਅਜਿਹਾ ਜਜ਼ਬਾ ਹੈ ਕਿ ਵਿਅਕਤੀ ਉਸ ਤੋਂ ਪ੍ਰਭਾਵਿਤ ਹੋ ਕੇ ਅਜਿਹੇ ਕੰਮ ਸਿਰਜਦਾ ਹੈ ਜੋ ਕਿ ਉਸ ਨੇ ਸੋਚੇ ਵੀ ਨਾ ਹੋਣ। ਉਸ ਜਜ਼ਬੇ ਦੀ ਜਵਾਲਾ ਥੱਲੇ ਦਹਿਕਦਾ ਹੋਇਆ ਉਹ ਜਾਗਦਾ ਹੈ, ਉੱਠਦਾ ਹੈ ਅਤੇ ਉਦੋਂ ਤੱਕ ਜੱਦੋ ਜਹਿਦ 'ਚ ਲੱਗਿਆ ਰਹਿੰਦਾ ਹੈ ਜਦੋਂ ਤੀਕ ਉਹ ਆਪਣਾ ਟੀਚਾ ਹਾਸਲ ਨਹੀਂ ਕਰ ਲੈਂਦਾ। ਕੁਝ ਅਜਿਹਾ ਹੀ ਹੋਇਆ
ਡਾਕਟਰ R.L. ਮਿੱਤਲ ਨਾਲ। ਸਫ਼ਰ ਜਾਰੀ ਰੱਖਦੇ ਹਾਂ ਡਾਕਟਰ R.L. ਮਿੱਤਲ ਦੇ ਡਾਕਟਰੀ ਜੀਵਨ ਤੇ ਰਿਸਰਚ ਦੇ ਸ਼ੁਰੂਆਤੀ ਮੁਕਾਮ ਦਾ। ਕਿ ਉੱਥੇ ਕਲੱਬਫੁੱਟ ਦੇ ਬਹੁਤ ਮਰੀਜ਼ ਆਉਂਦੇ ਸੀਗੇ ਅਤੇ ਮੈਨੂੰ ਕਲੱਬਫੁੱਟ ਦੇ ਕੰਮ 'ਤੇ ਲਾਤਾ। ਪਲਸਤਰ ਲਾਣੇ, ਆਪਰੇਸ਼ਨ ਵੀ ਹੁੰਦੇ ਸੀਗੇ, ਪਰ ਮੈਂ ਦੇਖਦਾ ਸੀ ਪਲਸਤਰ ਵੀ ਲਾਉਂਦੇ ਆ ਅਤੇ ਆਪਰੇਸ਼ਨ ਵੀ ਹੁੰਦੇ, ਪਰ ਪੂਰੇ ਠੀਕ ਨਹੀਂ ਹੁੰਦੇ। ਦਿਮਾਗ ਦਾ ਅਸਰ ਹੁੰਦਾ ਗਿਆ ਵੀ ਇਹਦੇ 'ਚ ਕੋਈ ਨਾ ਕੋਈ ਘਾਟ ਜ਼ਰੂਰ ਹੈ। ਪੁਰਾਣੇ ਜਿਹੜੇ ਤਰੀਕੇ ਅਸੀਂ ਹੁਣ ਕਰਦੇ ਸੀਗੇ ਉਦੋਂ ਪਲਸਤਰ ਲਾਉਣ ਦੇ, ਠੀਕ ਕਰਨ ਦੇ, ਅਤੇ ਫਿਰ ਵੱਡੇ ਬੱਚਿਆਂ ਦੇ ਵਿੱਚ ਆਪਰੇਸ਼ਨ ਦੇ, ਉਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੈ। ਹੁੰਦਾ ਉਹੀ ਹੈ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ। ਕਹਿੰਦੇ ਨਾ, ਮੈਨ ਪ੍ਰਪੋਜ਼ਿਸ ਗॉड ਡਿਸਪੋਜ਼ਿਸ, ਇਹ ਕਹਾਵਤ ਵੀ ਮਸ਼ਹੂਰ ਹੈ। ਅਤੇ 6 ਮਹੀਨੇ ਬਾਅਦ ਹੀ ਪਟਿਆਲੇ ਆਰਥੋਪੈਡਿਕ ਦਾ ਡਿਪਾਰਟਮੈਂਟ ਖੁੱਲ੍ਹ ਗਿਆ ਅਤੇ ਉਹਨਾਂ ਨੇ ਪੋਸਟ ਐਡਵਰਟਾਈਜ਼ ਕਰਤੀ। ਮੈਂ ਵੈਸੇ ਹੀ ਅਪਲਾਈ ਕਰਤਾ ਅਤੇ ਮੈਂ ਇੰਟਰਵਿਊ 'ਤੇ ਵੀ ਆ ਗਿਆ। ਪਟਿਆਲਾ ਮੈਂ ਪੇਰੈਂਟ ਇੰਸਟੀਟਿਊਸ਼ਨ ਸੀਗਾ, ਆ ਕੇ ਇੰਟਰਵਿਊ ਦਿੱਤੀ, ਮੇਰੀ ਸਿਲੈਕਸ਼ਨ ਹੋ ਗਈ। ਮੈਂ ਇਕੱਲਾ ਹੀ ਕੈਂਡੀਡੇਟ ਸੀਗਾ, ਆਰਥੋਪੈਡਿਕ ਨੂੰ ਉਹਦੇ ਕੋਲ ਜਾਣਦਾ ਹੀ ਨਹੀਂ ਸੀਗਾ। ਕਾਲ ਆ ਗਈ ਮੈਨੂੰ ਜੁਆਇਨ ਕਰਨ ਦੀ, ਅਤੇ ਮੈਂ ਸੋਚਾਂ ਵੀ ਹੁਣ ਮੈਂ ਕੀ ਕਰਾਂ, ਮੈਂ ਤਾਂ ਛੱਡਿਆ ਸੀ ਪਟਿਆਲਾ, ਫਿਰ ਜਾਣਾ ਪਏਗਾ। ਫਿਰ ਸੋਚਿਆ ਚਲੋ 2-4 ਮਹੀਨੇ 6 ਮਹੀਨੇ ਲਾਉਂਦੇ, ਜਦੋਂ ਦਿੱਲੀ ਕੋਈ ਦੁਬਾਰਾ ਜੋਬ ਨਿਕਲੇਗੀ ਅਤੇ ਮੈਂ ਦੁਬਾਰਾ ਆ ਜਾਊਂਗਾ। ਜੁਆਇਨ ਕੀ ਕੀਤਾ, ਉਹ ਪਟਿਆਲੇ ਨੇ ਮੈਨੂੰ ਬੁਲਾਉਣਾ ਹੀ ਸੀਗਾ, ਕਿਉਂਕਿ ਇਹ ਰਿਸਰਚ ਹੋਣੀ ਹੀ ਪਟਿਆਲੇ ਸੀਗੀ ਔਰ ਇੰਡੀਆ 'ਚ ਕਿਤੇ ਨਹੀਂ ਹੋ ਸਕਦੀ ਸੀਗੀ। ਕਿਉਂ? ਇਹਦਾ ਰਿਸਰਚ ਮਟੀਰੀਅਲ ਪਟਿਆਲੇ ਵਿੱਚ ਹੀ ਸੀ। ਇਹਨਾਂ ਨੇ ਕਿਹਾ ਵੀ MS ਕਰ ਲੈ। ਮੈਂ ਕਿਹਾ ਨਹੀਂ ਜੀ, ਮੈਂ ਤਾਂ ਦਿੱਲੀ ਜਾਣਾ ਹੈ ਵਾਪਸ। ਕਹਿੰਦਾ ਤੂੰ ਚਲਾ ਜੀ, ਸਾਡਾ ਨਵਾਂ ਡਿਪਾਰਟਮੈਂਟ ਹੈ, ਸਾਨੂੰ ਮਨਜ਼ੂਰੀ ਮਿਲ ਜਾਏਗੀ ਇੱਥੇ MS ਟੀਚਿੰਗ ਦਾ ਖੁੱਲ੍ਹ ਜਾਏਗਾ। ਅਤੇ ਮੈਂ ਥੀਸਿਸ ਲੈਣਾ ਸੀਗਾ, ਕਲੱਬਫੁੱਟ ਦੀ ਮੈਂ ਸਿਲੈਕਟ ਕਰ ਲਿਆ, ਕਿਉਂਕਿ ਮੈਨੂੰ ਕਲੱਬ ਵਿੱਚ ਥੋੜ੍ਹਾ ਜਿਹਾ ਇੰਟਰਸਟ ਹੋ ਗਿਆ। ਉਸੇ ਦੌਰਾਨ 'ਚ ਸਾਲ ਬਾਅਦ ਰੋਹਤਕ ਮੈਡੀਕਲ ਕਾਲਜ ਖੁੱਲ੍ਹ ਗਿਆ, ਰੋਹਤਕ ਬਦਲੀ ਹੋ ਗਈ ਮੇਰੀ। ਮੈਂ ਬੜਾ ਦੁਖੀ, ਮੈਂ ਕਿਹਾ ਮੈਂ ਤਾਂ ਹੁਣ ਇਹ MS ਸ਼ੁਰੂ ਕੀਤੀ ਸੀ, ਹੁਣ ਮੇਰੀ ਰੋਹਤਕ ਬਦਲੀ ਕਰਤੀ ਸਰਕਾਰ ਨੇ। ਮੈਂ ਬੜਾ ਰੋਇਆ ਪਿੱਟਿਆ, ਪਰ ਨਹੀਂ, ਕਹਿੰਦਾ ਰੋਹਤਕ ਦਾ ਮੈਡੀਕਲ ਅਸੀਂ ਕਾਲਜ ਚਲਾਉਣਾ ਨਹੀਂ ਹੈ, ਚੁੱਪ ਕਰਕੇ ਜੁਆਇਨ ਕਰ ਲੈ, ਨਹੀਂ ਤਾਂ ਤੇਰੇ ਐਕਸਪਲੇਨੇਸ਼ਨ ਕਾਲ ਕਰਨਾ। ਡਾਂਟ ਕੇ ਕੱਢਤਾ ਡਾਇਰੈਕਟਰ ਹੈਲਥ ਸਰਵਿਸਿਜ਼ ਨੇ। ਮੈਂ ਚਲਾ ਗਿਆ, ਫਿਰ ਪਟਿਆਲੇ ਮੇਰੀ ਬਦਲੀ ਆਪੇ ਹੀ ਹੋ ਗਈ। ਕਿਉਂ? ਅਤੇ ਬਸ ਫਿਰ ਆ ਕੇ ਮੈਨੂੰ ਇੱਕਦਮ ਦਿਮਾਗ 'ਚ ਖਿਆਲ ਆਇਆ, ਜਦੋਂ ਮੈਂ ਫਸਟ ਈਅਰ 'ਚ ਪੜ੍ਹਦਾ ਸੀਗਾ, ਕਿ ਇੱਥੇ ਆਪਣੇ ਡੈਡ ਬੱਚੇ ਪੈਦਾ ਹੁੰਦੇ ਹੈ, ਜਿਨ੍ਹਾਂ ਦੇ ਵਿੰਗੇ ਪੈਰ ਹੁੰਦੇ ਹੈ, ਉਹਨਾਂ ਦੀ ਡਿਟੈਕਸ਼ਨ ਕਰਨੀ ਚਾਹੀਦੀ ਹੈ। ਅਤੇ ਮੈਨੂੰ ਇੱਥੇ ਇੱਕ ਸਟੂਡੈਂਟ ਸੀਗਾ, ਮੈਨੂੰ ਖਿਆਲ ਆ ਗਿਆ ਵੀ ਰੈਟ ਮਿਊਜ਼ੀਅਮ 'ਚ ਲੱਗਦਾ ਡੈਡ ਬੱਚਿਆਂ ਦੇ ਮਿਊਜ਼ੀਅਮ ਜਾਰ ਪਏ ਨੇ, ਉਹਨਾਂ 'ਚ ਮੈਂ ਭਾਲਦਾ ਹੈਗਾ। 500 ਬੱਚਾ ਕਲੈਕਸ਼ਨ ਸੀਗੀ। ਜਦੋਂ ਨਵਾਂ ਮੈਡੀਕਲ ਕਾਲਜ ਬਣਿਆ ਅਤੇ ਇਹਨਾਂ ਨੇ ਇਕੱਠੇ ਕੀਤੇ ਹੋਏ ਸੀਗੇ। ਐਨੈਟਮੀ ਦੇ ਪ੍ਰੋਫੈਸਰ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਦੇਖ ਲਓ ਜੇ ਕੋਈ ਲੱਭਦਾ ਹੈ ਤਾਂ। ਇਹ ਤਾਂ ਪਤਾ ਨਹੀਂ, ਜਦੋਂ ਖੁੱਲ੍ਹਿਆ ਮੈਡੀਕਲ ਕਾਲਜ ਉਦੋਂ ਦੀ ਪਏ ਇੱਥੇ। ਅਤੇ ਮੈਂ ਕਢਾ ਕੇ ਦੇਖ, ਕਲੱਬਫੁੱਟ ਵਾਲੇ 15 ਬੱਚੇ ਲੱਭ ਕੇ, ਜਿਹੜੇ ਕਿ ਦੁਨੀਆ ਦੇ ਰਿਕਾਰਡ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਪਬਲੀਕੇਸ਼ਨ ਹੋਈਆਂ, 16 ਵੱਧ ਤੋਂ ਵੱਧ ਡਿਸੈਕਟਿਡ ਰਿਪੋਰਟਡ ਸੀਗੇ, ਮੇਰੇ 15 ਹੋ ਗਏ। ਇਹਨਾਂ ਤੋਂ ਇਹ ਗਿਆਨ ਪ੍ਰਾਪਤ ਹੋਇਆ ਵੀ ਕਿੱਦਾਂ ਠੀਕ ਹੋਏਗੀ, ਅੰਦਰ ਕੀ ਨੁਕਸ ਹੈ ਜਿਸ ਕਰਕੇ ਇਹ ਬਿਮਾਰੀ ਠੀਕ ਨਹੀਂ ਹੁੰਦੀ ਆਪਰੇਸ਼ਨ ਦੇ ਬਾਵਜੂਦ ਵੀ। ਅਤੇ ਬਸ ਉਸ ਗਿਆਨ ਨੇ ਅੱਗੇ ਵਧਾਇਆ। ਪਹਿਲਾਂ ਤਾਂ ਥੋੜ੍ਹੇ ਵਿੰਗੇ, ਉਹ ਵੀ ਬਹੁਤ ਜ਼ਿਆਦਾ ਵਿੰਗੇ, ਥੋੜ੍ਹੇ ਵੀ ਬਹੁਤ ਜ਼ਿਆਦਾ ਹੁੰਦੇ ਸੀਗੇ, ਉਹਨਾਂ 'ਚ ਨਵੀਂ ਸਰਜੀਕਲ ਟੈਕਨੀਕ ਲੱਭੀ, ਉਹ ਕਾਮਯਾਬ ਹੋਈ, ਉਹਦੀ ਇੰਟਰਨੈਸ਼ਨਲ ਪਬਲੀਕੇਸ਼ਨ ਹੋਈ। ਫਿਰ ਉਦੋਂ ਜ਼ਿਆਦਾ ਵਿੰਗੇ ਕੇਸ ਆਉਣ ਲੱਗ ਗਏ, ਜਦੋਂ ਲੋਕਾਂ ਨੂੰ ਪਤਾ ਲੱਗਣ ਲੱਗੇ ਵੀ ਇਹਦੇ ਆਪਰੇਸ਼ਨ ਹੁੰਦੇ ਹੈਗੇ ਬਹੁਤ ਵਧੀਆ। ਪਟਿਆਲੇ 'ਚ ਵਾਈਡਰ ਐਪਲੀਕੇਸ਼ਨ, ਨਵੀਂ ਟੈਕਨੀਕ ਉਸੇ ਦੀ ਅੱਗੇ ਉਹ ਲੱਭੀ, ਉਹ ਵੀ ਕਾਮਯਾਬ ਹੋ ਗਈ। ਫਿਰ ਉਦੋਂ ਜ਼ਿਆਦਾ ਵਿੰਗੇ ਕੇਸ ਆਉਣ ਲੱਗ ਗਏ। ਫਿਰ ਤੀਜੇ ਫੇਜ਼ ਦੀ ਰਿਸਰਚ ਹੋਈ, ਜਿਹੜੇ ਕਿ ਹੋਰ ਜ਼ਿਆਦਾ ਸਰਜਰੀ ਕਰਕੇ ਉਹ ਵੀ ਸਿੱਧੇ ਹੋਏ। ਸੋ ਇਹ 3 ਫੇਜ਼ ਦੀ ਰਿਸਰਚ ਕਾਮਯਾਬ ਹੋ ਗਈ, ਸਾਰੀ ਦੁਨੀਆ ਦੇ ਵਿੱਚ ਇਹਦੇ ਪਬਲੀਕੇਸ਼ਨ ਹੋ ਗਏ। ਅਤੇ ਫਿਰ ਮੈਨੂੰ ਸਡਨਲੀ ਇਨਵੀਟੇਸ਼ਨ ਆ ਗਿਆ ਵਰਲਡ ਦਾ ਬਹੁਤ ਪਾਪੂਲਰ ਪਬਲਿਸ਼ਰ ਟੇਲਰ ਐਂਡ ਫਰਾਂਸਿਸ, ਜਿਨ੍ਹਾਂ ਦਾ ਹੈੱਡ ਆਫਿਸ ਹੈਗਾ ਲੰਡਨ 'ਚ, ਇਨ ਫਾਰਮਾ ਗਰੁੱਪ। ਅਤੇ ਉਹਨਾਂ ਦਾ ਮੈਨੂੰ ਸੱਦਾ ਆ ਗਿਆ ਘਰ ਬੈਠੇ ਹੀ, ਕੀ ਤੁਸੀਂ ਸਾਡੇ ਲਈ ਕਿਤਾਬ ਲਿਖ ਸਕਦੇ ਹੋ। ਉਸ ਵੇਲੇ ਮੇਰੀ ਉਮਰ ਸੀ 80 ਸਾਲ ਦੀ, ਅਤੇ ਮੈਂ ਸੋਚਾਂ 'ਚ ਪੈ ਗਿਆ। ਮੈਂ ਕਿਹਾ ਕੀ ਕਰਾਂ ਮੈਂ ਹੁਣ 80 ਸਾਲ ਦੀ ਉਮਰ 'ਚ, ਕਿੱਥੇ ਵਰਲਡ ਲੈਵਲ ਦੀ ਕਿਤਾਬ ਲਿਖੀ ਜਾਏਗੀ। ਪਰ ਸਵਾਮੀ ਵਿਵੇਕਾਨੰਦ ਦੀ ਪ੍ਰੇਰਨਾ, ਮੈਂ ਹਾਂ ਕਰ ਦਿੱਤੀ। ਅਤੇ ਹੁਣ ਪਿਛਲੇ 2-3 ਸਾਲਾਂ 'ਚ ਹੋਰ ਬੜੀ ਇਸ ਕਲੱਬਫੁੱਟ 'ਤੇ ਇੰਨੀ ਜ਼ਿਆਦਾ ਮੈਂ ਰਿਸਰਚ ਕੀਤੀ ਹੈ, 7-8 ਪੇਪਰ ਹੋਰ ਨਵੇਂ ਵਰਲਡ ਲੈਵਲ ਦੇ ਪਬਲਿਸ਼ ਕੀਤੇ ਹੈ। ਅਤੇ ਜੋ ਰਿਸਰਚ ਇਹ ਹੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਲੱਬਫੁੱਟ ਦੀ ਜਿਹੜੀ ਕੌਨਸੈਪਟ ਹੈ ਉਹ ਨਵੀਂ ਹੋ ਜਾਏਗੀ, ਅਤੇ ਪੁਰਾਣਾ ਜੋ ਕੁਛ ਹੈ ਉਹ ਹਿਸਟਰੀ ਬਣ ਜਾਏਗਾ, ਜੋ ਮੇਰਾ ਮੰਨਣਾ ਹੈ। ਲੇਟੈਸਟ ਪਬਲੀਕੇਸ਼ਨ ਜਿਹੜੀ ਹੈਗੀ ਹੈ ਉਹ ਹੈ ਈਚ ਕਲੱਬਫੁੱਟ ਇਜ਼ ਡਿਫਰੈਂਟ। ਹਰ ਇੱਕ ਕਲੱਬਫੁੱਟ ਆਪਣੇ ਥਾਂ ਇੱਕ ਨਵੀਂ ਚੀਜ਼ ਹੈ, ਔਰ ਉਹ ਇੱਕ ਕੇਸ ਦੂਜੇ ਕੇਸ ਨਾਲ ਨਹੀਂ ਮਿਲਦਾ।
ਇਹ ਬਾਕਾਇਦਾ ਸਬੂਤ ਦੇ ਨਾਲ ਮੈਂ ਪਬਲੀਕੇਸ਼ਨ ਕੀਤੀ ਹੈ, ਜਿਹੜੀ ਕਿ ਆ ਹੁਣੇ ਐਕਸੈਪਟ ਹੋਈ ਹੈ। ਅੱਜ ਕੱਲ੍ਹ 'ਚ ਉਹ ਪਬਲਿਸ਼ ਹੋ ਜਾਏਗੀ ਵਰਲਡ ਲੈਵਲ 'ਤੇ। ਸਰਜੀਕਲ ਟੈਕਨੀਕ ਤਾਂ ਇੱਕ ਆ ਜਿਹੜੀ ਮੈਂ ਦੱਸਿਆ ਹੈਗਾ 3 ਫੇਜ਼ ਦੀ ਰਿਸਰਚ ਹੈ। ਇਹ ਕਨਸੈਪਟ ਹੈ ਜਿਹੜੀ ਕਿ ਹਰ ਇੱਕ ਕਲੱਬਫੁੱਟ ਜਿਹੋ ਜਿਹਾ ਮਰਜ਼ੀ ਹੋਵੇ, ਦੁਨੀਆ ਤੋਂ ਕਿਤੇ ਵੀ ਕਿੱਥੋਂ ਵੀ ਆ ਜਾਵੇ, ਖਰਾਬ ਤੋਂ ਖਰਾਬ ਵਿੰਗਾ ਪੈਰ ਹੋਵੇ, ਉਹ ਵੀ ਠੀਕ ਇਹਦੇ ਨਾਲ ਹੋ ਸਕਦਾ ਹੈ। ਇਹ ਇੰਡੀਆ ਦੀ ਰਿਸਰਚ ਹੈ, ਪ੍ਰਾਊਡ ਰਿਸਰਚ ਆਫ ਇੰਡੀਆ ਬਾਈ ਐਨ ਇੰਡੀਅਨ ਬਟ ਫਾਰ ਦੀ ਗਲੋਬਲ ਕਲੱਬਫੁੱਟ ਕਮਿਊਨਿਟੀ। ਕਲੱਬ ਫੁੱਟ ਦੀ ਇਸ ਰਿਸਰਚ ਸਦਕਾ ਡਾਕਟਰ ਆਰ.ਐਲ. ਮਿੱਤਲ ਨੂੰ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ। ਸਵਾਮੀ ਵਿਵੇਕਾਨੰਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੇ ਭਾਰਤ ਨੂੰ ਉੱਚਾ ਰੱਖਦੇ ਹੋਏ ਵਿਸ਼ਵ ਭਰ ਦੇ ਲਈ ਕੰਮ ਹੋ ਰਿਹਾ ਹੈ। ਪਰ ਇੱਕ ਦਿਮਾਗ 'ਚ ਸਵਾਲ ਇਹ ਜ਼ਰੂਰ ਆਉਂਦਾ ਹੈ ਕਿ ਕਲੱਬ ਫੁੱਟ ਹੈ ਕੀ? ਕੀ ਇਹਨੂੰ ਅਸੀਂ ਅੱਜ-ਕੱਲ੍ਹ ਆਮ ਵੇਖਦੇ ਹਾਂ? ਕਲੱਬ ਫੁੱਟ ਕਿਉਂ ਹੁੰਦਾ ਹੈ? ਕੀ ਟੈਕਨੀਕ ਰਹੀ ਡਾਕਟਰ ਆਰ.ਐਲ. ਮਿੱਤਲ ਦੀ? ਰੱਬ ਮਿਹਰ ਕਰੇ ਕਿਸੇ ਨੂੰ ਹੋਵੇ ਹੀ ਨਾ ਕਿ ਇੰਜ ਦਾ ਉਪਰਾਲਾ ਵੀ ਹੋ ਸਕਦਾ ਹੈ। ਇਹ ਗੱਲਾਂ ਤਾਂ ਜਾਣਨ ਯੋਗ ਹੀ ਨੇ। ਆਖਿਰ ਪਦਮ ਸ਼੍ਰੀ ਤੱਕ ਪਹੁੰਚਣ ਲਈ ਹੀ ਤਾਂ ਇਹ ਪੈੜਾਂ ਬੜੀਆਂ। ਕਲੱਬਫੁੱਟ ਦੇਖੋ, ਇਹ ਬਿਮਾਰੀ ਹੁੰਦੀ ਹੈ, ਜਨਮ ਤੋਂ ਪੈਰ ਟੇਢਾ ਹੋ ਜਾਂਦਾ, ਅੰਦਰ ਨੂੰ ਮੁੜ ਜਾਂਦਾ ਹੈਗਾ, ਅੰਦਰ ਨੂੰ ਅਤੇ ਥੱਲੇ ਨੂੰ। ਆਮ ਬੰਦਾ ਤਾਂ ਤੁਰਦਾ ਹੈ ਆਪਣੀ ਤਲੀ ਦੇ ਉੱਤੇ। ਇਹ ਕਲੱਬਫੁੱਟ ਵਾਲੇ ਮਰੀਜ਼ ਤੁਰਦੇ ਨੇ ਆਪਣੇ ਚੀਚੀ ਉਂਗਲੀ ਵਾਲੇ ਪਾਸੇ ਪੈਰ ਰੱਖ ਕੇ, ਤਲੀ ਉਹਨਾਂ ਦੇ ਅੰਦਰ ਨੂੰ ਹੋ ਜਾਂਦੀ ਹੈ, ਉੱਪਰ ਪਾਸਾ ਹੁੰਦਾ ਉਹ ਥੱਲੇ ਵੱਲ ਚਲਾ ਜਾਂਦਾ ਹੈਗਾ ਅਤੇ ਉਹਦੇ 'ਤੇ ਤੁਰਦਾ ਹੈ, ਉਸ ਨੂੰ ਕਲੱਬਫੁੱਟ ਕਿਹਾ ਜਾਂਦਾ ਹੈਗਾ। ਇਹ ਬਿਮਾਰੀ, ਪਰ ਇਹਦੇ ਲਈ ਜੀ ਸਰਜੀਕਲ ਟੈਕਨੀਕ ਜਿਹੜੀ ਹੈ ਉਹ ਇੱਕ ਕੌਨਸੈਪਟ ਹੈ। ਜਿਹੋ ਜਿਹਾ ਮਰਜ਼ੀ ਕੇਸ ਹੋਵੇ, ਇਸ ਕੌਨਸੈਪਟ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ ਕਿ ਇਹ ਗਰੀਬ ਦੇਸ਼ਾਂ ਦੀ ਬਿਮਾਰੀ ਹੈ। ਇੱਕ ਤਾਂ ਸਫਾਈ ਨਾ ਹੋਣਾ, ਗੰਦਗੀ ਚਾਰੇ ਪਾਸੇ ਹੋਣਾ। ਉੱਥੇ ਹੀ ਸਾਡੇ ਬੱਚੇ, ਗਰੀਬ ਬੱਚੇ ਖਾਣਾ ਖਾ ਰਹੇ ਹੁੰਦੇ, ਉੱਥੇ ਹੀ ਮੱਖੀਆਂ, ਉੱਥੇ ਹੀ ਉਹ ਟੱਟੀ ਕਰੀ ਜਾਂਦੇ ਸੀ। ਹੁਣ ਤਾਂ ਭਾਰਤ ਸਰਕਾਰ ਨੇ ਬਹੁਤ ਚੰਗਾ ਕਰਤਾ ਵੀ ਇਹ ਜਿਹੜਾ ਸਵੱਛ ਭਾਰਤ ਅਭਿਆਨ, ਟੋਇਲਟਸ ਬਣਾਏ ਹੈ ਸਾਰੇ, ਅੱਗੇ ਨਾਲੋਂ ਬਹੁਤ ਚੰਗਾ ਹੋ ਗਿਆ। ਪਰ ਅਜੇ ਵੀ 100% ਨਹੀਂ ਅਸੀਂ ਕਹਿ ਸਕਦੇ, ਗੰਦਗੀ ਅਜੇ ਵੀ ਹੈ, ਕਿਉਂਕਿ ਗਰੀਬੀ ਹੈ, ਓਵਰ ਕਰਾਊਡਿੰਗ ਹੈ। ਗਰੀਬੀ ਕਰਕੇ ਕੀ ਹੁੰਦਾ ਹੈਗਾ, ਮੈਲ ਨਰਿਸ਼ਮੈਂਟ, ਜਿਹੜੀ ਬੱਚਾ ਗਰਭ ਦੇ ਪੇਟ ਦੇ ਵਿੱਚ ਹੁੰਦਾ ਹੈ, ਮਾਂ ਅਨੀਮਿਕ ਹੁੰਦੀ, ਉਹਨੂੰ ਖਾਣਾ ਨਹੀਂ ਮਿਲਦਾ, ਉਹਦਾ ਖੂਨ ਘੱਟ ਹੁੰਦਾ ਹੈ, ਅਤੇ ਇਸ ਕਰਕੇ ਇਹ ਬਿਮਾਰੀਆਂ ਕਾਫੀ ਹੱਦ ਤੱਕ ਤਾਂ ਇਸ ਕਰਕੇ ਹੈ। ਉਹਦੇ ਇਲਾਵਾ ਹੋਰ ਜੀਨੈਟਿਕ ਕਾਰਨ ਹੁੰਦੇ ਨੇ, ਜਾਂ ਕੋਈ ਅੰਦਰ ਕਈ ਵਾਰੀ ਜਮਾਂਦਰੂ ਮਾਂ ਦੇ ਗਰਭਾਸ਼ਯ ਜਿਹੜਾ ਹੈਗਾ, ਯੂਟਰਸ ਜਿਹਨੂੰ ਕਹਿੰਦੇ ਹੈ, ਉਹਦੇ 'ਚ ਐਬਨੋਰਮੈਲਿਟੀਜ਼ ਹੁੰਦੀਆਂ। ਬਹੁਤ ਵੱਡਾ ਕਾਰਨ ਜਿਹੜਾ ਹੈਗਾ ਨਾ, ਉਹ ਗਰੀਬੀ, ਮੈਲ ਨਿਊਟ੍ਰੀਸ਼ਨ, ਓਵਰ ਕਰਾਊਡਿੰਗ ਔਰ ਗੰਦਗੀ, ਇਹ ਜ਼ਿਆਦਾ ਵੱਡੇ ਕਾਰਨ ਨੇ। ਜਾਂ ਨਸ਼ੇ, ਬਾਹਰਲੇ ਕੰਟਰੀਜ਼ ਦੇ ਵਿੱਚ ਖਾਸ ਕਰਕੇ, ਜਿਵੇਂ ਸਿਗਰਟ, ਹੋਰ ਨਸ਼ੇ। ਹੁਣ ਇੰਡੀਆ ਦੇ ਵਿੱਚ ਵੀ ਕੋਈ ਐਸੀ ਗੱਲ ਨਹੀਂ, ਹੁਣ ਇਹ ਨਸ਼ੇ ਇੱਥੇ ਵੀ ਬਹੁਤ ਹੋ ਗਏ। ਮਾਂ ਅਗਰ ਨਸ਼ਾ ਕਰਦੀ ਹੋਵੇ ਤਾਂ ਇਹਦਾ ਚਾਂਸਿਸ ਜ਼ਿਆਦਾ ਹੋ ਜਾਂਦੇ, ਕਿਉਂਕਿ ਉਹਦਾ ਬੱਚੇ 'ਤੇ ਅਸਰ ਪੈਂਦਾ ਹੈ। ਮਾਂ ਅਤੇ ਪਿਓ ਦੋਨੋਂ ਅਗਰ ਕਰਦੇ ਨੇ ਫਿਰ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ। ਇਹ ਟੈਕਨੀਕ ਇੱਕ ਲੇਮੈਨ ਨੂੰ ਸਮਝਾਉਣ ਵਾਸਤੇ ਮੈਂ ਕਹਿ ਦਾਂ, ਜਿਵੇਂ ਮੁੱਠੀ ਤੁਸੀਂ ਬੰਦ ਕਰ ਲਈ, ਜਿਹੜਾ ਕਲੱਬਫੁੱਟ ਹੈ ਉਹ ਬੰਦ ਮੁੱਠੀ ਵਾਂਗੂ ਹੈ, ਸਮਝ ਲਓ ਤੁਸੀਂ, ਅਤੇ ਮੁੱਠੀ ਖੋਲ੍ਹਣੀ ਹੈ। ਅੱਛਾ, ਮੁੱਠੀ ਕਿਵੇਂ ਖੁੱਲ੍ਹੇਗੀ? ਜਿਵੇਂ ਸਮਝੋ ਤੁਸੀਂ ਇੱਕ ਛੋਟਾ ਪਰਸ ਹੈ ਅਤੇ ਉਹਦੇ 'ਚ ਪੈਸੇ ਤੁਸੀਂ ਜ਼ਿਆਦਾ ਪਾਉਣੇ ਹੈ, ਅਤੇ ਉਹ ਵੱਡਾ ਪਰਸ ਲਵੋਗੇ ਤਾਂ ਹੀ ਹੈ ਨਾ। ਬਸ ਉਹ ਪਰਸ ਵੱਡਾ ਬਣਾ ਦਿੱਤਾ ਸਮਝੋ, ਤਾਂ ਕਿ ਜਿਹੜੇ ਅੰਦਰ ਹੱਡੀਆਂ, ਮਾਂਸ, ਸਾਰਾ ਕੁਛ ਹੈ ਉਹ ਖੁੱਲ੍ਹੇ ਡੁੱਲੇ ਹੋ ਕੇ ਸਿੱਧਾ ਹੋ ਜੇ। ਹੁਣ ਜਿਹੜਾ ਕਲੱਬਫੁੱਟ ਹੈ ਉਹ ਮੁੱਠੀ ਵਾਂਗੂ ਹੈ, ਉਹਦੇ 'ਚ ਠੂਸ ਠੂਸ ਕੇ ਸਾਰੇ ਮਾਂਸ, ਹੱਡੀਆਂ ਭਰੇ ਹੋਏ ਹੈ, ਉਹਨਾਂ ਨੂੰ ਸਿੱਧੇ ਕੀਤਾ ਹੈ, ਉਹ ਖੁੱਲ੍ਹੀ ਕੀਤੀ ਹੈਗੀ ਹੈ। ਉਹ ਮੇਰੀ ਟੈਕਨੀਕ ਹੈਗੀ ਹੈ। ਉਹਦੇ 'ਚ ਮੈਂ ਯੂਜ਼ ਕੀਤੀਆਂ 4 ਪਲਾਸਟਿਕ ਸਰਜਰੀ ਟੈਕਨੀਕਸ, ਇੱਕੋ ਹੀ ਚੀਰੇ ਦੇ ਵਿੱਚ ਸੰਜੋਈਆਂ ਹੈਗੀਆਂ। ਉਹ ਟੈਕਨੀਕ ਹੈਗੀਆਂ ਰੋਟੇਸ਼ਨ ਫਲੈਪ, ਜ਼ੈਡ ਪਲਾਸਟੀ, VY ਪਲਾਸਟੀ ਅਤੇ ਫਿਲਟ ਫਲੈਪ, ਜਿਹੜੀ ਕਿ ਚਾਰੋਂ ਪਲਾਸਟਿਕ ਸਰਜਰੀ ਟੈਕਨੀਕਸ ਹੈਗੀਆਂ। ਅਤੇ ਜਿਹੜੇ ਆਕਟੋਪਸ ਕਲੱਬਫੁੱਟ ਮੈਂ ਉਹਦੇ 'ਚ ਚਾਰੋਂ ਯੂਜ਼ ਕੀਤੀਆਂ ਹੈਗੀਆਂ। ਤਾਂ ਹੀ ਮੈਂ ਕਹਿੰਦਾ ਵੀ ਇਹ ਇੱਕ ਕਨਸੈਪਟ ਬਣ ਗਈ, ਟ੍ਰੇਡਮਾਰਕ ਬਣ ਗਿਆ, ਮਤਲਬ ਵੀ ਇਹ ਹਰ ਇੱਕ ਕੇਸ ਦੇ ਵਿੱਚ ਕਾਮਯਾਬ ਹੋਏਗਾ। ਜਿਵੇਂ ਸਿਆਣੇ ਕਹਿੰਦੇ ਨੇ ਕਿ ਮਿਹਨਤ ਕਰੋ, ਕਾਮਯਾਬੀ ਤੁਹਾਡੇ ਪਿੱਛੇ ਭੱਜੀ ਆਵੇਗੀ। ਪਰ ਇਹ ਵੀ ਸਹੀ ਹੈ ਕਿ ਇੱਕ ਬੰਦੇ ਦੀ ਮਿਹਨਤ ਸਮਾਜ ਨੂੰ ਵਧੀਆ ਸੁਚੱਜੇ ਢੰਗ ਨਾਲ ਸਿਰਜਣ ਦਾ ਮੌਕਾ ਹੁੰਦੀ ਹੈ। ਔਰ ਹੁਣ ਸਾਡਾ ਸਮਾਜ ਇੱਕ ਪਿੰਡ ਨਹੀਂ ਰਿਹਾ, ਸਗੋਂ ਸਮੁੱਚਾ ਜਗਤ ਹੀ ਪਿੰਡ ਬਣ ਗਿਆ ਹੈ। ਵਾਸੂਦੇਵ ਕੁਟੁੰਬਕਮ ਦਾ ਮੰਤਰ ਡਾਕਟਰ ਆਰ.ਐਲ. ਮਿੱਤਲ ਚੰਗੀ ਤਰ੍ਹਾਂ ਸਮਝਦੇ ਨੇ। ਇਹ ਗਰੀਬ ਦੇਸ਼ਾਂ ਦੀ ਬਿਮਾਰੀ ਹੈ। ਮੈਨੂੰ ਅਫਰੀਕਾ ਤੋਂ ਵੀ ਇੱਕ ਪੇਸ਼ੈਂਟ ਦਾ ਟੈਲੀਫੋਨ ਆ ਗਿਆ ਕਿ ਮੇਰੇ ਤੋਂ ਨੇ ਫੋਟੋ ਵੀ ਭੇਜੀਆਂ
ਕਿ ਮੇਰਾ ਆਪਰੇਸ਼ਨ ਕਰੋ। ਅਤੇ ਮੈਂ ਉਹਨੂੰ ਕਹਿ ਤਾਂ ਦਿੱਤਾ ਹੈ ਕਿ ਬੇਟਾ ਤੂੰ ਆ ਜਾ, 24 ਸਾਲ ਦਾ ਮੁੰਡਾ ਹੈ, ਸੋਮਾਲੀਆ ਦਾ ਹੈਗਾ, ਅਤੇ ਮੈਂ ਉਹਨੂੰ ਕਹਿ ਤਾ ਵੀ ਬੇਟੇ ਤੂੰ ਆ ਜਾ, ਤੇਰਾ ਮੈਂ ਫ੍ਰੀ ਆਪਰੇਸ਼ਨ ਕਰਾਂਗਾ ਅਤੇ ਰਹਿਣ ਖਾਣ ਦਾ ਇੰਤਜ਼ਾਮ ਵੀ ਤੇਰਾ ਕਰ ਦਾਂਗੇ, ਤੂੰ ਆ ਜਾ ਜੇ ਆ ਸਕਦਾ। ਅਤੇ ਮੈਂ ਬੇਨਤੀ ਕਰਾਂਗਾ ਗਰੀਬ ਦੇਸ਼ਾਂ ਦੀ ਮਦਦ ਕੀਤੀ ਜਾਵੇ। ਸਾਰਕ ਕੰਟਰੀਜ਼ ਨੇ, ਹੋਰ ਜਿੰਨੇ ਕੰਟਰੀਜ਼ ਹੈਗੇ ਹੈ, ਭਾਰਤ ਸਰਕਾਰ ਕਲੱਬ ਫੁੱਡ ਡਿਪਲੋਮੇਸੀ ਵੀ ਅਡਾਪਟ ਕਰਨ ਅਤੇ ਗਰੀਬ ਦੇਸ਼ਾਂ ਦੀ ਮਦਦ ਕਰਨ। ਭਰੇ ਪਏ ਇਹ ਕਲੱਬ ਫੁੱਡ ਦੇ ਕੇਸਿਸ ਜਿਹੜੇ ਕਿ ਠੀਕ ਨਹੀਂ ਹੁੰਦੇ, ਅਤੇ ਮੈਂ ਉਹਦੇ ਲਈ ਪੂਰਾ ਕਰਨ ਨੂੰ ਤਿਆਰ ਹਾਂ। ਬਲਕਿ ਦੂਜਿਆਂ ਨੂੰ ਵੀ ਸਿਖਾਉਣ ਦੇ ਵਾਸਤੇ ਕਿਤਾਬ ਵੀ ਲਿਖੀ ਹੈ, ਪਰ ਵੈਸੇ ਵੀ ਪ੍ਰੈਕਟੀਕਲ ਸਿਖਾਉਣ ਦੇ ਲਈ ਵੀ ਮੈਂ ਤਿਆਰ ਹਾਂ। ਪੂਰੇ ਭਾਰਤ ਦੇ ਆਰਥੋਪੈਡਿਕ ਸਰਜਨਾਂ ਨੂੰ ਇੱਕ ਸਰਜੀਕਲ ਕੈਂਪ ਲਗਾ ਸਕਦੇ ਹਾਂ, ਜਿਹਦੇ ਕਿ ਵਰਕਸ਼ਾਪ ਲਗਾ ਸਕਦੇ ਹਾਂ, ਜਿਹਦੇ 'ਚ ਆਰਥੋਪੈਡਿਕ ਸਰਜਨ ਆ ਕੇ ਸਿੱਖਣ। ਇਹ ਭਾਰਤ ਦੀ ਰਿਸਰਚ ਹੈ, ਭਾਰਤ ਦਾ ਨਾਂ ਦੁਨੀਆ 'ਚ ਉੱਚਾ ਹੋਵੇ। ਮੇਰਾ ਤਾਂ ਇਹੀ ਹੈ ਕਿ ਇਹ ਏਮ ਹੈ ਕਿ ਸਾਡਾ ਭਾਰਤ ਦੁਨੀਆ ਦੇ ਨਕਸ਼ੇ 'ਤੇ ਟੌਪ 'ਤੇ ਹੋਵੇ। ਆਪਣੇ ਦੇਸ਼ ਪ੍ਰਤੀ ਪਿਆਰ ਤੇ ਵਫਾਦਾਰੀ ਨੇ ਡਾਕਟਰ ਆਰ.ਐਲ. ਮਿੱਤਲ ਨੂੰ ਦੂਰ ਦੇਸ਼ਾਂ 'ਚ ਬਸੇਰਾ ਨਹੀਂ ਕਰਨ ਦਿੱਤਾ। ਦੇਸ਼ ਪ੍ਰਤੀ ਆਪਣਾ ਜਜ਼ਬਾ ਲੜਾਈ ਦੇ ਮੈਦਾਨ 'ਚ ਸੈਨਿਕਾਂ ਨੂੰ ਮੈਡੀਕਲ ਸੇਵਾਵਾਂ ਦੇ ਕੇ ਨਿਭਾਇਆ। 1960 ਦੇ ਵਿੱਚ ਜਦੋਂ ਮੈਂ ਪਾਸ ਕੀਤਾ, ਮੇਰੇ ਬਹੁਤ ਸਾਰੇ ਕਲਾਸ ਫੈਲੋਜ਼ ਅਮਰੀਕਾ, ਇੰਗਲੈਂਡ ਜਾਂ ਹੋਰ ਫੋਰਨ ਕੰਟਰੀ ਜਾ ਕੇ ਆਪਣਾ ਕੈਰੀਅਰ ਬਣਾਉਣ ਨੂੰ, ਮੈਨੂੰ ਵੀ ਬਹੁਤ ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਆਪਣੀ ਕੰਟਰੀ ਨੂੰ ਛੱਡ ਕੇ ਨਹੀਂ ਜਾਣਾ, ਜੋ ਕੁਝ ਕਰਦਾ ਹੈ ਇੱਥੇ ਹੀ ਕਰਦਾ ਹੈ, ਔਰ ਕਰਨਾ ਵੀ ਜ਼ਰੂਰ ਹੈ। 1971 ਦੀ ਲੜਾਈ ਦੇ ਵਿੱਚ ਮੈਂ ਵਾਲੰਟੀਅਰ ਕੀਤਾ। ਇੰਡੋ ਪਾਕਿਸਤਾਨ ਵਾਰ ਦੇ ਵਿੱਚ ਫਾਜ਼ਿਲਕਾ ਸੈਕਟਰ 'ਚ ਬਹੁਤ ਸਾਡੀ ਸਥਿਤੀ ਚੰਗੀ ਨਹੀਂ ਸੀ। ਫਾਜ਼ਿਲਕਾ ਦੇ ਨੇੜੇ ਲੜਾਈ ਹੋਈ ਅਤੇ ਮੈਂ ਉੱਥੇ ਵਾਰ ਫਰੰਟ 'ਤੇ ਫੌਜੀਆਂ ਦੇ ਆਪਰੇਸ਼ਨਾਂ ਦੇ ਵਿੱਚ ਵੀ ਸਹਾਇਤਾ ਕੀਤੀ। ਫਾਜ਼ਿਲਕਾ ਸਿਵਲ ਹਸਪਤਾਲ ਦੇ ਵਿੱਚ ਬੰਕਰ 'ਚ ਹਸਪਤਾਲ ਬਣਿਆ ਹੋਇਆ ਸੀਗਾ, ਉੱਥੇ ਮੈਂ ਪਾਕਿਸਤਾਨੀ ਫੌਜ ਦਾ ਸਰੈਂਡਰ ਵੀ ਦੇਖਿਆ ਹੈ। ਜਿਹੜੇ ਫਾਜ਼ਿਲਕਾ ਸੈਕਟਰ 'ਚ ਪਾਕਿਸਤਾਨ ਨੇ ਸਰੈਂਡਰ ਕੀਤਾ, ਉਹ ਵੀ ਮੈਂ ਦੇਖਿਆ ਆਪਣੀ ਅੱਖਾਂ ਦੇ ਨਾਲ। ਮਾਤਾ ਖੁਸ਼ੀਲਾ, ਮੈਂ 1 ਮਾਰਚ ਤੋਂ ਸ਼ੁਰੂ ਕਰਨ ਜਾ ਰਿਹਾ, ਭਾਵੇਂ ਇੱਥੇ ਹੀ ਸਾਰੇ ਕੇਸ ਬੁਲਾ ਕੇ, ਕਿਉਂਕਿ ਮੇਰੀ ਹੁਣ 84 ਸਾਲ ਦੀ ਉਮਰ ਹੈ, ਪਰ ਜੋਸ਼ ਬਹੁਤ ਹੈ ਅਤੇ ਮੈਂ ਚਾਹੁੰਦਾ ਵੀ ਸਾਰੇ ਕੇਸ ਆਉਣ, ਦੂਜਿਆਂ ਨੂੰ ਸਿਖਾਈਏ, ਤਾਂ ਕਿ ਇੰਡੀਆ ਦਾ ਨਾਂ ਦੁਨੀਆ ਦੇ ਨਕਸ਼ੇ 'ਤੇ ਇਸ ਕੰਮ ਦੇ ਵਿੱਚ, ਇਸ ਰਿਸਰਚ ਦੇ ਵਿੱਚ ਨਾਂ ਪੈਦਾ ਹੋਵੇ। ਕਲੱਬ ਫੁੱਟ ਜਿੱਥੇ ਗਰੀਬੀ, ਕੁਪੋਸ਼ਣ ਦੇ ਨਾਲ-ਨਾਲ ਜਮਾਂਦਰੂ ਕਾਰਨਾਂ ਕਰਕੇ ਹੁੰਦੀ ਹੈ, ਪਰ ਅਸੀਂ ਕਿੰਨੇ ਕੁ ਕੇਸ ਵੇਖਦੇ ਹਾਂ। ਅਜੇ ਸਾਡੇ ਦਰਅਸਲ ਦਾ ਕੋਈ ਸਿਸਟਮ ਨਹੀਂ ਹੈ ਵੀ ਅਸੀਂ ਆਪਣੇ ਫਿਗਰਸ ਵਰਤ ਰਹੇ ਹਾਂ, ਉਹ ਦੂਜੇ ਕੰਟਰੀਜ਼ ਦਾ ਹੀ ਵਰਤ ਰਹੇ ਹਾਂ। ਮੈਂ ਬਲਕਿ ਇੱਕ ਸਰਵੇ ਕੀਤਾ ਸੀ ਜਦੋਂ ਮੈਂ ਰਜਿੰਦਰਾ ਮੈਡੀਕਲ ਕਾਲਜ ਦੇ ਵਿੱਚ ਹੈੱਡ ਸੀ, ਪ੍ਰੋਫੈਸਰ ਸੀਗਾ। ਆਪਣੀ ਸੁਸਾਇਟੀ ਦੇ ਵਿੱਚ ਦੇਖਿਆ ਜਾਏ ਇਹਦਾ ਇੰਸੀਡੈਂਸ, ਅਤੇ ਮੈਂ ਜਦੋਂ ਸਰਵੇ ਕੀਤਾ ਅਤੇ 1000 ਪਾਪੂਲੇਸ਼ਨ ਮਗਰੋਂ ਇੱਕ ਦੇ ਵਿੱਚ ਇੱਕ ਬਿਮਾਰੀ ਹੁੰਦੀ ਹੈਗੀ ਹੈ। ਮੈਂ ਇੱਥੇ ਪਿਆਰਾ ਜ਼ਿਲ੍ਹਾ ਸਾਰਾ ਸਰਵੇ ਕੀਤਾ ਸੀ, 50,000 ਪਾਪੂਲੇਸ਼ਨ ਉਸ ਟਾਈਮ ਦੇ ਵਿੱਚ, ਅਤੇ 1000 'ਚ ਤਕਰੀਬਨ ਇੱਕ ਇੱਥੇ ਪੰਜਾਬ ਦੇ ਵਿੱਚ ਸਾਡੇ। ਇਹ ਜਿਹੜੀ ਹੈ ਇਹ ਕਾਫੀ ਜ਼ਿਆਦਾ, ਇੱਕ ਦਾ ਮਤਲਬ ਹੈ ਵਰਲਡ ਫਿਗਰ ਵੀ ਇਹੀ ਹੈ, ਅਤੇ ਤਕਰੀਬਨ ਇਹੀ ਹੈਗੀ ਹੈ। ਅਤੇ ਤੁਸੀਂ ਅੰਦਾਜ਼ਾ ਲਾ ਲਓ ਲੱਖਾਂ ਦੀ ਤਾਦਾਦ ਦੇ ਵਿੱਚ ਕੇਸਿਸ ਦੁਨੀਆ 'ਚ ਹੁੰਦੇ ਹੋਣਗੇ। ਜਦੋਂ ਪਹਿਲੀ ਵਾਰੀ ਤੁਸੀਂ ਕਲੱਬ ਫੁੱਟ ਨੂੰ ਆਪਰੇਸ਼ਨ ਰਾਹੀਂ ਦਰੁਸਤ ਕੀਤਾ ਤਾਂ ਕਿਹੋ ਜਿਹਾ ਲੱਗਿਆ? ਹਰ ਕਿਸੇ ਲਈ ਆਪਣੀ ਪਹਿਲੀ ਸਫਲਤਾ ਇੱਕ ਮਿੱਠੀ ਤੇ ਅਭੁੱਲ ਯਾਦ ਹੁੰਦੀ ਹੈ। ਦੇਖੋ, ਮੈਂ ਹੁਣ ਬਿਆਨ ਨਹੀਂ ਕਰ ਸਕਦਾ। ਇੱਕ ਤਾਂ ਹੁੰਦੀ ਖੁਸ਼ੀ, ਹੈਪੀਨੈਸ, ਇੱਕ ਹੁੰਦੀ ਐਕਸਟੈਸੀ। ਹਾਂਜੀ, ਐਕਸਟੈਸੀ ਔਰ ਹੈਪੀਨੈਸ ਦੇ ਵਿੱਚ ਜੋ ਫਰਕ ਹੈ, ਆਈ ਵਾਜ਼ ਐਕਸਟੈਟਿਕ, ਯਾਨੀ ਐਕਸਟ੍ਰੀਮ ਹੈਪੀਨੈਸ। ਇਹਦੋਂ ਜ਼ਿਆਦਾ ਖੁਸ਼ੀ ਨਹੀਂ ਹੋ ਸਕਦੀ। ਮਾਂ ਬਾਪ ਨੂੰ ਜੋ ਖੁਸ਼ੀ ਹੁੰਦੀ ਹੈ ਬੱਚਾ ਪੈਦਾ ਹੋਣ 'ਤੇ, ਉਹ ਖੁਸ਼ੀ ਸਮਝੋ ਮੈਨੂੰ ਸੀ, ਇਹ ਮੇਰਾ ਬੱਚਾ, ਮੈਂ ਜਨਮ ਦਿੱਤਾ ਇਸ ਬੱਚੇ ਨੂੰ, ਇਸ ਤੋਂ ਜ਼ਿਆਦਾ ਕੀ ਖੁਸ਼ੀ ਹੋਏਗੀ। ਮੇਰਾ ਬੱਚਾ ਵੱਡਾ ਹੋ ਗਿਆ, ਹੁਣ ਕਿਤਾਬ ਦੀ ਸ਼ਕਲ ਦੇ ਵਿੱਚ ਆ ਗਿਆ, ਦੁਨੀਆ ਦੇ ਸਾਹਮਣੇ ਆ ਗਿਆ। ਹੋਰ ਮੈਂ ਦੱਸਾਂਗਾ, ਜਿਨ੍ਹਾਂ ਡੈਡ ਬੱਚਿਆਂ 'ਤੇ ਜਿਹੜੇ ਜਨਮ ਤੋਂ ਜਿਨ੍ਹਾਂ ਦੇ ਪੈਰ ਵਿੰਗੇ ਸੀਗੇ, ਜਿਨ੍ਹਾਂ 'ਤੇ ਇਹ ਰਿਸਰਚ ਹੋਈ, ਉਹ ਆਪਣੇ ਆਪ ਨੂੰ ਅਮਰ ਕਰ ਗਏ। ਉਹ ਪਤਾ ਨਹੀਂ ਕਿਹਦੇ ਸੀਗੇ, ਕੌਣ ਸੀਗੇ, ਪਰ ਆਪਣੇ ਆਪ ਨੂੰ ਉਹ ਜ਼ਿੰਦਾ ਕਰ ਗਏ। 2 ਬੱਚੇ ਉਹਨਾਂ 'ਚ ਹੁਣ ਵੀ ਮੈਂ ਅਨੈਟਮੀ ਦੇ ਵਿੱਚ, ਮਿਊਜ਼ੀਅਮ ਦੇ ਵਿੱਚ, ਜਿਨ੍ਹਾਂ ਦੀ ਫੋਟੋ ਕਿ ਮੈਂ ਕਿਤਾਬ 'ਤੇ ਜਿੱਤੀ ਹੋਈ ਹੈ, ਜੋ ਡਾਕਟਰ ਸਿੰਗਲਾ, ਜੋ ਅੱਜ ਕੱਲ੍ਹ ਪ੍ਰਿੰਸੀਪਲ ਮੈਡੀਕਲ ਕਾਲਜ ਹੈਗੇ ਹੈ, ਉਹਨਾਂ ਨੂੰ ਮਿਲ ਕੇ ਮੈਂ ਇੱਕ ਪੋਸਟਰ ਤਿਆਰ ਕੀਤਾ ਹੈਗਾ ਕਿ ਇਹ ਪੋਸਟਰ ਤੁਸੀਂ ਅਨੈਟਮੀ ਡਿਪਾਰਟਮੈਂਟ 'ਚ ਲਗਾਓ, ਔਰ ਉਹਦੇ ਥੱਲੇ ਉਹ 2 ਬੱਚੇ ਮਿਊਜ਼ੀਅਮ ਜਾਰਜ ਵਿੱਚ ਜਿਹੜੇ ਹੈਗੇ ਹੈ ਉਹ ਰੱਖ ਕੇ ਉਹਨਾਂ ਨੂੰ ਪ੍ਰੋਮੀਨੈਂਟ ਜਗ੍ਹਾ 'ਤੇ ਲਗਾਓ, ਤਾਂ ਕਿ ਜਿਹੜਾ ਪਹਿਲੇ ਦਾਖਲ ਹੋਵੇ ਅਤੇ ਉਹ ਬੱਚਿਆਂ ਨੂੰ ਦੇਖੇ, ਉਹ ਪੋਸਟਰ ਨੂੰ ਦੇਖੇ
ਕਿ ਇਹ ਰਿਸਰਚ ਜਿਹੜੀ ਸਾਡੇ ਮੈਡੀਕਲ ਕਾਲਜ ਦੀ ਹੈ, ਤਾਂ ਕਿ ਉਹਨਾਂ ਨੂੰ ਪ੍ਰੇਰਨਾ ਮਿਲੇ ਰਿਸਰਚ ਕਰਨ ਦੀ, ਕਿ ਇਸ ਮੰਦਰ ਤੋਂ ਸਾਰਾ ਕੁਝ ਹਾਸਲ ਜਿਵੇਂ ਮੈਂ ਕੀਤਾ ਹੈ ਉਸੇ ਤਰ੍ਹਾਂ ਉਹ ਵੀ ਕਰ ਸਕਦੇ ਹਨ। ਡਾਕਟਰ R.L. ਮਿੱਤਲ ਨੇ ਆਪਣੀ ਰਿਸਰਚ ਤੇ ਸਰਜਰੀ ਦਾ ਪੜਾਅ ਕਲੱਬ ਫੁੱਟ ਤੱਕ ਹੀ ਸੀਮਤ ਨਹੀਂ ਰੱਖਿਆ, ਸਗੋਂ ਆਰਥੋਪੈਡਿਕ ਦੀ ਦੁਨੀਆ 'ਚ ਉਹਨਾਂ ਦੀਆਂ ਖੋਜਾਂ ਤੇ ਕੰਮ ਦੀ ਬੜੀ ਚਰਚਾ ਹੈ। ਮੈਨੂੰ ਤਾਂ ਰਿਸਰਚ ਦਾ ਇੰਨਾ ਸ਼ੌਕ ਸੀਗਾ ਕਿ ਬਸ ਮੇਰੀ ਤੇ ਪੈਸ਼ਨ ਬਣ ਗਈ। ਕਹਿੰਦੇ ਨੇ ਜਿਸ ਕੰਮ ਦੇ ਵਿੱਚ ਤੁਹਾਨੂੰ ਸਵਾਦ ਆਉਣ ਲੱਗ ਜਾਵੇ ਉਹ ਤੁਸੀਂ ਕਰਨ ਲੱਗ ਜਾਂਦੇ ਹੋ। ਜਦੋਂ ਮੈਂ ਇੱਥੋਂ ਮੈਡੀਕਲ ਕਾਲਜ MBBS ਫਾਈਨਲ ਈਅਰ ਦੇ ਵਿੱਚ ਫਲੋਰੋਸਿਸ ਦੀ ਰਿਸਰਚ ਹੋਈ ਮਾਨਸਾ ਜ਼ਿਲ੍ਹੇ ਦੇ ਵਿੱਚ, ਉਹਨੇ ਵੀ ਮੈਨੂੰ ਪ੍ਰੇਰਨਾ ਦਿੱਤੀ ਕਿ ਰਿਸਰਚ ਕੈਰੀਅਰ ਬਣਾਓ। ਬਸ ਉਹ ਮੈਨੂੰ ਚਸ ਪੈ ਗਿਆ ਥੋੜ੍ਹਾ ਜਿਹਾ, ਅਤੇ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਬੈਸਟ ਅਵਾਰਡ ਮੈਨੂੰ ਨੈਸ਼ਨਲ ਅਵਾਰਡ ਉਹਦੇ 'ਚ ਵੀ ਮਿਲਿਆ ਹੋਇਆ। ਸਕੈਲੇਟਲ ਫਲੋਰੋਸਿਸ ਦੀ ਰਿਸਰਚ 5 ਸਾਲ ਮੈਂ ਕੰਮ ਕੀਤਾ ਔਰ ਮੈਨੂੰ ਉਹਦੇ 'ਚ ਵੀ ਅਵਾਰਡ ਮਿਲਿਆ। ਉਸ ਦੇ ਇਲਾਵਾ ਮੈਨੂੰ ਸਰਵੇ ਦਾ ਬਹੁਤ ਸ਼ੌਕ ਸੀਗਾ। ਪੂਰੀ ਦੁਨੀਆ ਦੇ ਵਿੱਚ ਕੀ ਹੁੰਦਾ ਹੈ ਵੀ ਉਹ ਸਰਵੇ ਕਰਕੇ ਨਾ ਇੱਕ ਆਪਣੀ ਕੰਟਰੀ ਦਾ ਇੰਸੀਡੈਂਸ ਕੱਢਦੇ ਹੈਗੇ ਆ ਵੀ ਇਹ ਬਿਮਾਰੀ 1000 ਦੇ ਵਿੱਚ ਇੰਨੇ ਮਰੀਜ਼ਾਂ ਨੂੰ ਨਹੀਂ ਪਾਪੂਲੇਸ਼ਨ ਨੂੰ ਹੁੰਦਾ ਹੈਗਾ। ਮੈਨੂੰ ਬੜਾ ਸ਼ੌਕ ਸੀ ਵੀ ਸਾਡੇ ਕੰਟਰੀ 'ਚ ਕਿਉਂ ਨਹੀਂ ਹੁੰਦਾ। ਮੈਂ 2-3 ਬਿਮਾਰੀਆਂ ਦੇ ਵਿੱਚ ਕੀਤਾ, ਜਿਵੇਂ ਕਿ ਫੁੱਟ ਡਿਫਾਰਮਿਟੀਜ਼ ਦੇ ਵਿੱਚ ਸਾਡੇ ਕੰਟਰੀ 'ਚ ਕੀ, ਇਹਦਾ ਮੈਂ ਇੰਟਰਨੈਸ਼ਨਲ ਪਬਲੀਕੇਸ਼ਨ ਹੋਈ। ਫਿਰ ਮੈਂ ਸਕੋਲੀਓਸਿਸ, ਜਿਵੇਂ ਜਨਮ ਤੋਂ ਜਾਂ ਬਾਅਦ ਦੇ ਵਿੱਚ ਰੀੜ੍ਹ ਦੀ ਹੱਡੀ ਵਿੰਗੀ ਹੋ ਜਾਂਦੀ ਹੈ, ਸਾਈਡ 'ਤੇ ਝੁਕ ਜਾਂਦੀ ਹੈ, ਸਕੋਲੀਓਸਿਸ, ਉਹਦੇ ਵਾਸਤੇ ਸਰਵੇ ਕੀਤਾ ਔਰ ਉਹਦੇ ਲਈ ਬਲਕਿ ਇੱਕ ਇੰਸਟਰੂਮੈਂਟ ਵੀ ਡਿਜ਼ਾਈਨ ਕੀਤਾ, ਇਨਵੈਂਟ ਕੀਤਾ, ਜਿਹਦਾ ਨਾਂ ਸਕੋਲੀਓਮੀਟਰ ਸੀਗਾ, ਅਤੇ ਉਹ ਵੀ ਇੰਟਰਨੈਸ਼ਨਲ ਪਬਲੀਕੇਸ਼ਨ। ਇੰਸੀਡੈਂਸ ਆਫ ਆਰਥੋਪੈਡਿਕ ਬਾਇਓਪਸੀ ਨੀਡਲ ਇਨਵੈਂਟ ਕੀਤੀ, ਜਿਹੜੇ ਕਿ ਅੰਬਾਲਾ ਦੇ ਵਿੱਚ ਇੱਕ ਓਰੀਐਂਟਲ ਸਾਇੰਸ ਐਪਰੇਟਸ ਵਰਕਸ਼ਾਪ ਸੀ, ਉੱਥੋਂ ਬਣਵਾਈ। ਯਾਨੀ ਕਿ ਵਰਸੇਟਾਈਲ ਇੱਕ ਇੰਸਟਰੂਮੈਂਟ, ਜਿਵੇਂ ਕਿ ਲਿਵਰ ਬਾਇਓਪਸੀ ਨੀਡਲ ਹੈਗੀ, ਇੱਦਾਂ ਹੀ ਬੋਨ ਬਾਇਓਪਸੀ ਨੀਡਲ ਮੈਂ ਇਨਵੈਂਟ ਕੀਤੀ। ਪਟਿਆਲਾ ਆਰਥੋਪੈਡਿਕ ਬਾਇਓਪਸੀ ਨੀਡਲ ਉਹਦਾ ਨਾਂ ਰੱਖਿਆ। ਇੰਡੀਅਨ ਆਰਥੋਪੈਡਿਕ ਐਸੋਸੀਏਸ਼ਨ ਨੇ ਅਡਾਪਟ ਕੀਤੀ ਬਲਕਿ, ਅਤੇ ਮੈਂ ਫਿਰ ਕਿਉਂਕਿ ਕੋਈ ਮੈਂ ਪੇਟੈਂਟ ਨਹੀਂ ਕੀਤਾ ਸੀਗਾ, ਕਿਉਂਕਿ ਪੇਟੈਂਟ ਮੈਂ ਇਸ ਲਈ ਨਹੀਂ ਕੀਤੀ ਵੀ ਇਹ ਕਿਹੜਾ ਕੋਈ ਮੈਂ ਪੈਸਾ ਕਮਾਉਣਾ ਇਹਦੇ 'ਚ। ਅਤੇ ਹੁਣ ਬਹੁਤ ਸਾਰੀ ਕੰਪਨੀਆਂ ਨੇ ਉੱਦਾਂ ਦੇ ਨੀਡਲ ਬਣਾ ਲਈਆਂ ਔਰ ਹੁਣ ਫਰੀਲੀ ਅਵੇਲੇਬਲ ਹੈ, ਬਣਾ ਲਓ। ਕਲੱਬ ਫੁੱਟ ਦੀਆਂ ਤਕਰੀਬਨ ਮੇਰਾ 2000 ਆਪਰੇਸ਼ਨ ਦਾ ਜ਼ਰੂਰ ਕਰ ਚੁੱਕਿਆ ਹੋਵਾਂਗਾ ਬਾਈ ਨਾਓ। ਬੜਾ ਅੱਛਾ ਲੱਗਦਾ ਹੈ ਜਦੋਂ ਨਵੇਂ ਕੇਸ ਆਉਂਦੇ ਹੈ ਔਰ ਉਹ ਕਹਿੰਦੇ ਜੀ ਮੈਂ 2 ਦਫਾ ਆਪਰੇਸ਼ਨ ਕਰਾ ਲਿਆ, ਹਾਂਜੀ 3 ਦਫਾ ਕਰਾ ਲਿਆ। ਅਤੇ ਹੁਣੀ ਆਪਣੇ ਪੇਸ਼ੈਂਟ ਦਾ ਮੈਂ ਐਜ਼ ਮੈਰੀਟਸ ਪ੍ਰੋਫੈਸਰ ਕੋਰੋਨਾ ਤੋਂ ਪਹਿਲਾਂ ਰਜਿੰਦਰਾ ਹਸਪਤਾਲ 'ਚ ਕੀਤਾ। ਸਹਾਰਨਪੁਰ ਦੀ ਕੁੜੀ, ਗਰੀਬ ਮੁਸਲਿਮ ਫੈਮਿਲੀ ਦੀ, 2 ਦਫਾ ਉਹਦਾ ਪੈਰ ਆਪਰੇਸ਼ਨ, ਉਹਦੀ ਫੋਟੋਜ਼ ਵੀ ਮੇਰੇ ਕੋਲ ਹੈਗੀਆਂ। ਉੱਥੇ ਸਾਰਿਆਂ ਨੂੰ ਦਿਖਾਇਆ, ਆਪਰੇਸ਼ਨ ਕਰਦੇ ਕਰਦੇ ਸਭ ਨੂੰ ਸਮਝਾਇਆ, ਸਵਾਲਾਂ ਦੇ ਜਵਾਬ ਦਿੱਤੇ। 3.5 ਘੰਟੇ ਉਹਨੂੰ ਆਪਰੇਸ਼ਨ 'ਚ ਲੱਗੇ ਔਰ ਐਸੀ ਵਧੀਆ ਕਰੈਕਸ਼ਨ ਹੋਈ, ਬਸ ਮਜ਼ਾ ਆ ਗਿਆ। ਕਹਿੰਦੇ ਰਾਹੀ ਤੁਰਿਆ ਤੁਰਿਆ ਜਾ, ਮਗਰੇ ਤੇਰੇ ਬਾਕੀਆਂ ਨੂੰ ਵੀ ਰਾਹ, ਪਰ ਕਿੰਨੇ ਕੁ ਪਿੱਛੇ ਚੱਲਣ ਵਾਲੇ ਮਿਲੇ। ਬਸ ਇਹੀ ਸਭ ਤੋਂ ਵੱਡੀ ਤਰਾਸਦੀ ਹੈ। ਮੈਂ ਤਾਂ ਇਹੀ ਚਾਹਾਂਗਾ ਵੀ ਜੋ ਵੀ ਹੈ, ਪਰ ਗਰੀਬਾਂ ਦਾ ਵੀ ਇਲਾਜ ਹੋਣਾ ਚਾਹੀਦਾ ਹੈ। ਜਿਸ ਚੀਜ਼ ਦਾ ਕਿਸੇ ਹੋਰ ਨੂੰ ਗਿਆਨ ਨਹੀਂ ਸੀ, ਉਹ ਖੋਜਣ 'ਚ ਜੋ ਖੁਸ਼ੀ ਮਿਲਦੀ ਹੈ ਉਹਦੇ ਪਿੱਛੇ ਮੈਂ ਕੰਮ ਨਹੀਂ ਕਰਦਾ। ਇਸ ਲਈ ਕਰਦਾ ਕਿ ਇਹ ਮੈਂ ਉਹ ਖੋਜ ਕੀਤੀ ਹੈ ਜਿਹੜੀ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ। ਅਤੇ ਅਵਾਰਡ ਤਾਂ ਆਪੇ ਹੀ ਫਿਰ ਮਿਲਦੇ ਹੀ ਮਿਲਦੇ ਹੈਗੇ ਆ। ਮੈਨੂੰ ਸਭ ਤੋਂ ਪਹਿਲਾਂ ਅਵਾਰਡ ਮਿਲਿਆ ਇਸ ਰਿਸਰਚ 'ਤੇ ਆਲ ਇੰਡੀਆ ਆਰਥੋਪੈਡਿਕ ਐਸੋਸੀਏਸ਼ਨ ਵੱਲੋਂ, ਸਿਲਵਰ ਜੁਬਲੀ ਅਵਾਰਡ। ਫਿਰ ਜਿਹੜੀ ਪਹਿਲੀ ਮੈਂ ਦੱਸਿਆ ਨਾ, ਪਹਿਲਾ ਫੇਜ਼ ਜਿਹੜਾ ਸੀਗਾ, ਫਿਰ ਸੈਕਿੰਡ ਫੇਜ਼ ਕੀਤਾ, ਫਿਰ ਮੈਨੂੰ ਗੋਲਡਨ ਜੁਬਲੀ ਮਿਲ ਗਿਆ। ਫਿਰ ਥਰਡ ਫੇਜ਼ ਕੀਤਾ ਤਾਂ ਡਾਇਮੰਡ ਜੁਬਲੀ ਮਿਲ ਗਿਆ। ਅਤੇ ਇਸ ਦੇ ਇਲਾਵਾ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਅਵਾਰਡ ਮਿਲਿਆ। ਇਸ ਦੇ ਇਲਾਵਾ ਰਿਵਾਰਡ ਤਾਂ ਮੈਂ ਸਾਰੀ ਦੁਨੀਆ ਸਰਕਾਰੀ ਖਰਚੇ 'ਤੇ ਘੁੰਮੀ, ਸਿਰਫ ਇਸ ਰਿਸਰਚ ਦੇ ਬਲ 'ਤੇ। ਵਰਲਡ ਲੈਵਲ ਪਬਲੀਕੇਸ਼ਨਸ ਹੈਗੀਆਂ, ਜਿਸ ਕਰਕੇ ਮੈਨੂੰ ਬੁੱਕ ਦੀ ਇਨਵੀਟੇਸ਼ਨ ਘਰ ਬੈਠਣ ਨੂੰ ਆ ਗਈ ਆਪੇ ਹੀ। ਇਸ ਤੋਂ ਵੱਡਾ ਰਿਵਾਰਡ ਕੀ ਹੋਏਗਾ। ਅਤੇ ਹੁਣ ਪਦਮ ਸ਼੍ਰੀ ਅਵਾਰਡ ਮਿਲ ਗਿਆ ਸਭ ਤੋਂ ਉੱਪਰ, ਇਸ ਤੋਂ ਜ਼ਿਆਦਾ ਕੀ, ਸਿਵਲੀਅਨ ਅਵਾਰਡ ਮਿਲ ਗਿਆ। ਫਿਰ ਮਾਤਾ ਖੁਸ਼ੀਲਾ 'ਚ ਫ੍ਰੀ ਸਰਜਰੀ ਕਰਨ ਦਾ ਮੌਕਾ 2016-17 ਵਿੱਚ, 20 ਸਾਲ 25 ਸਾਲ ਬਾਅਦ ਕਿਸੇ ਨੂੰ ਰਿਟਾਇਰ ਹੋਏ ਡਾਕਟਰ ਨੂੰ ਅੱਜ ਤਾਈਂ ਇਹ ਮੌਕਾ ਨਹੀਂ ਮਿਲਿਆ ਹੋਏਗਾ ਕਿ ਸਰਕਾਰੀ ਹਸਪਤਾਲ ਦੇ ਵਿੱਚ ਇੱਦਾਂ ਆ ਕੇ ਕੰਮ ਕਰੇ। ਫਿਰ ਹੁਣ ਦੁਬਾਰਾ ਦਿੱਤੀ, ਹੁਣ ਮੈਂ ਪਹਿਲੀ ਮਾਰਚ ਤੋਂ ਸ਼ੁਰੂ ਕਰਨ ਜਾ ਰਿਹਾ ਫ੍ਰੀ ਸਰਜਰੀ ਪਹਿਲਾਂ ਵਾਂਗ। ਮਾਤਾ ਖੁਸ਼ੀਲਾ ਹਸਪੀਟਲ ਦੇ ਵਿੱਚ ਕਲੱਬ ਫੁੱਟ ਫ੍ਰੀ ਸਰਜਰੀਜ਼ ਹੋਣਗੀਆਂ। ਅਗਰ ਕੋਈ ਸੁਣ ਰਿਹਾ ਹੋਵੇ, ਨਾਮ ਵੀ ਸੁਣ ਰਿਹਾ ਹੋਵੇ, ਅਤੇ ਜਿਹੜੇ ਵੀ ਕਲੱਬ ਫੁੱਟ ਦੇ ਕੇਸਿਸ ਹੈਗੇ ਪੂਰੇ ਪੰਜਾਬ ਦੇ ਵਿੱਚ, ਉੱਥੇ ਆਪਣਾ ਰਜਿਸਟ੍ਰੇਸ਼ਨ ਕਰਾਉਣ ਅਤੇ ਸਭ ਦੇ ਮੈਂ ਫ੍ਰੀ ਕਰਾਂਗਾ। ਮੁੱਕਦੀ ਗੱਲ ਇਹ ਹੈ
ਕਿ ਸਿਰਫ ਡਾਕਟਰ ਆਰ.ਐਲ. ਮਿੱਤਲ BC ਰॉय ਅਵਾਰਡ ਹੋਲਡਰ ਨਹੀਂ, ਸਗੋਂ ਉਹਨਾਂ ਦੀ ਪਤਨੀ ਡਾਕਟਰ ਰਾਧਾ ਰਾਣੀ ਮਿੱਤਲ, ਜੋ ਕਿ ਚਮੜੀ ਰੋਗਾਂ ਦੇ ਮਾਹਿਰ ਨੇ, ਉਹ ਵੀ BC ਰॉय ਅਵਾਰਡ ਨਾਲ ਸਨਮਾਨਿਤ ਨੇ। 3 ਬਹੁਤ ਹੀ ਪਿਆਰੀਆਂ ਲਾਡਲੀਆਂ ਜ਼ਹੀਨ ਲੜਕੀਆਂ, ਜਿਨ੍ਹਾਂ 'ਚੋਂ ਇੱਕ ਇੰਜੀਨੀਅਰ ਤੇ 2 ਡਾਕਟਰ ਨੇ, ਤੇ ਦੋਤੇ ਦੋਤੀਆਂ ਨਾਲ ਖਿੜੀ ਡਾਕਟਰ ਆਰ.ਐਲ. ਮਿੱਤਲ ਦੀ ਲੰਮੀ ਜ਼ਿੰਦਗੀ ਦੀ ਦੁਆ ਹੈ। ਪਦਮ ਸ਼੍ਰੀ ਅਵਾਰਡ ਨਾਲ ਨਵਾਜ਼ੇ ਜਾਣ ਦੀਆਂ ਮੁਬਾਰਕਾਂ ਨਾਲ ਭਿੱਜੇ ਡਾਕਟਰ ਆਰ.ਐਲ. ਮਿੱਤਲ, ਜਿੱਥੇ 84 ਸਾਲਾਂ ਦੀ ਉਮਰੇ ਪਟਿਆਲੇ ਦੇ ਮਾਤਾ ਕੌਸ਼ਲਿਆ ਹਸਪਤਾਲ 'ਚ ਮਾਰਚ 2021 ਤੋਂ ਕਲੱਬ ਫੁੱਟ ਦੇ ਮੁਫਤ ਆਪਰੇਸ਼ਨ ਕਰਨ ਦੀ ਇਜਾਜ਼ਤ ਲੈ ਚੁੱਕੇ ਨੇ ਤੇ ਜ਼ਿੰਦਗੀ ਨੂੰ 2 ਪੈਰਾਂ ਤੇ ਪੂਰੀ ਤਰ੍ਹਾਂ ਖੜਾ ਕਰਨ ਦਾ ਮੌਕਾ ਕੁਦਰਤ ਦਾ ਜ਼ਰੀਆ ਬਣ ਕੇ ਦਿੰਦੇ ਰਹਿਣ, ਇਹੀ ਦੁਆ ਹੈ ਸਾਡੀ।